ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਮੈਂ ਇੱਕ ਖਾਸ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਹਾਜ਼ਰ ਹੋਇਆ। ਅਸੀਂ ਪੰਜਾਬੀ ਲੋਕ ਜਾਣਦੇ ਹਾਂ, ਇੱਕ ਮੁਹਾਵਰਾ ਹੈਗਾ ਕਿ ਬਈ ਕੜੀ ਦਾ ਉਬਾਲਾ ਬਹੁਤ ਭੈੜਾ ਹੁੰਦਾ, ਜੇ ਉਹ ਆ ਜਾਵੇ ਤੇ ਸਾਰਾ ਸਵਾਦ ਕਿਰਕਰਾ ਕਰ ਦਿੰਦਾ। ਸਾਡੇ ਭਾਰਤ ਦੀ ਰਾਜਨੀਤੀ ਨੂੰ ਥੋੜ੍ਹੀ ਜਿਹੀ ਫਿਰਕਾ ਪ੍ਰਸਤੀ ਦੀ ਜਾਗ ਲੱਗੀ ਤੇ ਉਹਦੇ ਵਿੱਚ ਇੱਕ ਬੇਹੀ ਕੜੀ ਦਾ ਉਬਾਲਾ ਉਦੋਂ ਆਇਆ ਜਦੋਂ ਭਾਰਤ ਦੇ ਨਵੇਂ ਪਾਰਲੀਮੈਂਟ ਭਵਨ ਦਾ ਉਦਘਾਟਨ ਹੋਇਆ ਤੇ ਉਹਦੇ ਵਿੱਚ ਇੱਕ ਨਕਸ਼ਾ ਟੰਗਿਆ ਗਿਆ, ਅਖੰਡ ਭਾਰਤ ਦਾ ਨਕਸ਼ਾ। ਬਹੁਤ ਸਾਰੇ ਲੋਕੀ ਸੋਚੀ ਪੈ ਗਏ ਕਿ ਅਖੰਡ ਭਾਰਤ ਦਾ ਨਕਸ਼ਾ ਇਹ ਕਿੱਥੋਂ ਆ ਗਿਆ, ਇਹ ਅਖੰਡ ਭਾਰਤ ਹੁੰਦਾ ਕੀ ਹੈ। ਕੁਝ ਲੋਕ ਜਿਨ੍ਹਾਂ ਨੂੰ ਥੋੜ੍ਹੀ ਬਹੁਤ ਸਮਝ ਆਈ ਉਹ ਬਹੁਤ ਖੁਸ਼ ਹੋਣ ਲੱਗ ਪਏ ਕਿ ਵਾਹ, ਇੱਦਾਂ ਦਾ ਸਾਡਾ ਭਾਰਤ ਹੁੰਦਾ ਸੀ। ਅਤੇ ਕੁਝ ਇਹ ਤੋਂ ਅੱਗੇ ਵੱਧ ਕੇ ਲੱਗ ਪਏ ਕਹਿਣ ਕਿ ਇੱਦਾਂ ਦਾ ਹੁੰਦਾ ਹੀ ਨਹੀਂ ਸੀ। ਸੁਪਨਾ ਰੱਖਣਾ ਚਾਹੀਦਾ ਕਿ ਕਿਸੇ ਨਾ ਕਿਸੇ ਦਿਨ ਅਸੀਂ ਇਸ ਤਰ੍ਹਾਂ ਦਾ ਭਾਰਤ ਇੱਕ ਵਾਰੀ ਫਿਰ ਸਿਰਜਣਾ। ਮੈਨੂੰ ਨਹੀਂ ਪਤਾ ਇਹ ਕਿਹੜੇ ਖੁਰਾਫਾਤੀ ਦਿਮਾਗ ਦੀ ਕਾਢ ਸੀ। ਆਜ਼ਾਦੀ ਲਹਿਰ ਦੇ ਦਿਨਾਂ ਵਿੱਚ ਵੀ 2-3 ਵਾਰੀ ਇਸ ਤਰ੍ਹਾਂ ਦੇ ਨਕਸ਼ੇ ਸਾਹਮਣੇ ਲਿਆਂਦੇ ਗਏ, ਪ੍ਰਚਾਰੇ ਗਏ, ਵਿਚਾਰੇ ਗਏ, ਮੀਟਿੰਗਾਂ ਵਿੱਚ ਆਏ, ਸੈਮੀਨਾਰਾਂ ਵਿੱਚ ਆਏ ਅਤੇ ਬਾਅਦ ਵਿੱਚ ਠੱਪ ਹੋ ਜਾਂਦੇ ਸੀ। ਉਹਨਾਂ ਦੇ ਉੱਤੇ ਕਦੇ ਗੰਭੀਰਤਾ ਨਾਲ ਬਹੁਤੀ ਗੱਲ ਅੱਗੇ ਨਹੀਂ ਸੀ ਤੁਰਦੀ। ਅਤੇ ਆਜ਼ਾਦੀ ਮਿਲ ਗਈ 1947 'ਚ। 47 ਤੋਂ ਬਾਅਦ ਅੱਜ ਤੱਕ ਇਹ 75 ਸਾਲਾਂ ਵਿੱਚ ਤਾਂ ਆਇਆ ਨਹੀਂ ਸੀ। ਅਤੇ ਹੁਣ 76ਵੇਂ ਸਾਲ ਦੇ ਵਿੱਚ ਅਚਾਨਕ ਉਹ ਨਕਸ਼ਾ ਕਿਸੇ ਨੇ ਕੱਢ ਲਿਆਂਦਾ ਅਤੇ ਲਾਉਣ ਵਾਲਿਆਂ ਨੇ ਲਿਆ ਕੇ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਵਿੱਚ ਲਾ ਦਿੱਤਾ। ਇਹ ਜੀ ਅਖੰਡ ਭਾਰਤ ਦਾ ਨਕਸ਼ਾ। ਅਖੰਡ ਭਾਰਤ ਦਾ ਨਕਸ਼ਾ ਇਹ ਲਾਉਣ ਦਾ ਮਤਲਬ ਕੀ ਸੀ, ਮੈਨੂੰ ਨਹੀਂ ਸਮਝ ਆਈ ਅਤੇ ਬਹੁਤ ਸਾਰੇ ਲੋਕ ਹੋਰਨਾਂ ਜਿਨ੍ਹਾਂ ਨੂੰ ਨਹੀਂ ਸਮਝ ਆਈ। ਅਸੀਂ ਸਮਝਦੇ ਸੀ 2-4 ਦਿਨ ਦਾ ਆਰਾਮ ਰੌਲਾ, ਇਹ ਰੌਲਾ ਰੱਪਾ ਪੈ ਕੇ ਹਟ ਜਾਵੇਗਾ, ਇਹਦੇ ਤੋਂ ਬਾਅਦ ਗੱਲ ਠੱਪੀ ਜਾਣੀ ਹੈ ਅਤੇ ਕਿਸੇ ਨੇ ਦਾ ਕੋਈ ਜ਼ਿਕਰ ਤੱਕ ਨਹੀਂ ਕਰਿਆ ਕਰਨਾ। ਪਰ ਉਹ ਗੱਲ ਠੱਪੀ ਨਹੀਂ ਗਈ। ਵਿੱਚੇ ਵਿੱਚ ਕੁਝ ਵੀਕਲੀ ਅਖਬਾਰਾਂ ਵਿੱਚ ਚੱਲਣ ਲੱਗ ਪਈ, ਰਸਾਲਿਆਂ ਮੈਗਜ਼ੀਨਾਂ 'ਚ ਚੱਲਣ ਲੱਗ ਪਈ, ਅਖੰਡ ਭਾਰਤ ਦੇ ਉੱਤੇ ਵਿਚਾਰ ਚੱਲਣ ਲੱਗ ਪਈ ਅਤੇ YouTube ਵਰਗੇ ਚੈਨਲਾਂ 'ਤੇ ਕੁਝ ਲੋਕਾਂ ਨੇ ਪੁਰਾਣੇ ਨਕਸ਼ਿਆਂ ਦੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਇਹ ਇੱਕ ਤਰੀਕਾ ਹੁੰਦਾ ਕਿਸੇ ਗੱਲ ਨੂੰ ਹੌਲੀ ਹੌਲੀ ਪ੍ਰਮੋਟ ਕਰਨ ਦਾ, ਅੱਗੇ ਵਧਾਉਣ ਦਾ, ਇੱਕ ਵਿਚਾਰ ਲੋਕਾਂ ਦੇ ਖਾਨੇ 'ਚ ਬਿਠਾਉਣ ਦਾ, ਔਰ ਉਸ ਵਿਚਾਰ ਦੇ ਨਾਲ ਇਹ ਵੀ ਵਿਚਾਰ ਬਿਠਾਉਣ ਦਾ ਕਿ ਜੇ ਇਹੋ ਜਿਹਾ ਨਕਸ਼ਾ ਚਾਹੀਦਾ, ਜੇ ਇਹੋ ਜਿਹਾ ਦੇਸ਼ ਚਾਹੀਦਾ ਅਤੇ ਇਹੋ ਜਿਹਾ ਦੇਸ਼ ਬਣਾਉਣ ਵਾਲਾ ਫਿਰ ਇੱਕ ਲੀਡਰ ਵੀ ਚਾਹੀਦਾ। ਇਹ ਲੀਡਰ ਦਾ ਵਿਚਾਰ ਲਿਆਉਣ ਲੱਗਿਆਂ ਨਾਲ ਇਹ ਵੀ ਗੱਲ ਆਉਣੀ ਸ਼ੁਰੂ ਹੋ ਗਈ ਕਿ ਦੇਖੋ ਕਿਸੇ ਵਕਤ ਅਸ਼ੋਕ ਸਮਰਾਟ ਸੀ, ਬਹੁਤ ਮਹਾਨ ਸੀ ਅਸ਼ੋਕ, ਉਹਦੇ ਰਾਜ ਵਿੱਚ ਇਸ ਤਰ੍ਹਾਂ ਦਾ ਨਕਸ਼ਾ ਸੀ, ਇਹੋ ਜਿਹਾ ਭਾਰਤ ਹੁੰਦਾ ਸੀ। ਇਸ ਅਖੰਡ ਭਾਰਤ ਦੀ ਹੱਦ ਉਹ ਅਫਗਾਨਿਸਤਾਨ ਤੱਕ ਜਾਂਦੀ ਸੀ। ਪਰ ਇਹ ਨਾ ਦੱਸੋ ਕਿ ਕਿੰਨਾ ਚਿਰ ਰਹੀ ਸੀ। ਜੋ ਇੱਕ ਵਾਰੀ ਚਲੇ ਗਏ ਤੇ ਫਿਰ ਅਫਗਾਨਿਸਤਾਨ ਦੇ ਵਿੱਚ ਟਿਕੇ ਕਿਉਂ ਨਹੀਂ ਸੀ ਰਹਿ ਗਏ, ਮੁੜ ਕਿਉਂ ਆਏ ਸਨ। ਅਤੇ ਇਹ ਗੱਲ ਕਿਉਂ ਲੁਕਾਈ ਜਾਂਦੀ ਹੈ ਕਿ ਜਦੋਂ ਸਮਰਾਟ ਅਸ਼ੋਕ ਹੁੰਦਾ ਸੀ ਉਦੋਂ ਭਾਰਤ ਦੇ ਨਕਸ਼ੇ ਦੇ ਵਿੱਚ ਅੱਜ ਵਾਲਾ ਤਾਮਿਲਨਾਡੂ ਨਹੀਂ ਸੀ ਹੁੰਦਾ, ਦੱਖਣੀ ਭਾਰਤ ਦੇ ਅੱਜ ਵਾਲੇ ਕੁਝ ਇਲਾਕੇ ਉਹਦੇ ਵਿੱਚ ਨਹੀਂ ਸੀ ਹੁੰਦੇ। ਕਿਸੇ ਪਾਸਿਓਂ ਕੱਟਿਆ ਵੱਢਿਆ ਗਿਆ, ਕਿਸੇ ਪਾਸਿਓਂ ਜੋੜਿਆ ਗਿਆ। ਇਸ ਇਤਿਹਾਸ ਵਿੱਚ ਬੜੇ ਮੋੜ ਆਉਂਦੇ ਗਏ ਅਤੇ ਮੋੜ ਸਿਰਫ ਸਾਡੇ ਨਹੀਂ ਆਉਂਦੇ ਗਏ, ਮੋੜ ਦੁਨੀਆ ਭਰ ਦੇ ਵਿੱਚ ਆਉਂਦੇ ਰਹੇ ਨੇ। ਯੂਨਾਨ ਦੀ ਸੱਭਿਅਤਾ ਅੱਜ ਕਿੱਥੇ ਹੈ? ਕੋਈ ਵਕਤ ਸੀ ਬੜੀ ਦੂਰ ਤੱਕ ਖਿਲਰੀ ਹੋਈ ਸੀ, ਉਹਨੂੰ ਛੱਡ ਦਿਓ। ਮਿਸਰ ਦੀ ਸੱਭਿਅਤਾ ਅੱਜ ਕੱਲ੍ਹ ਕਿੱਥੇ ਹੈ? ਮਿਸਰ ਵੀ ਇੱਕ ਸਾਮਰਾਜ ਹੁੰਦਾ ਸੀ, ਕਿੱਥੋਂ ਤੱਕ ਜਾਂਦਾ ਸੀ। ਰੋਮਨ ਸਾਮਰਾਜ ਜਿਹੜਾ ਯੂਰਪ ਦੇ ਵੱਡੇ ਹਿੱਸੇ ਦੇ ਉੱਤੇ ਸੀ, ਸਾਡੇ ਵਾਲੇ ਪਾਸੇ ਨੂੰ ਪੱਛਮੀ ਏਸ਼ੀਆ ਤੱਕ ਸੀ, ਉੱਧਰ ਅਫਰੀਕਾ ਦੇ ਉੱਤਰੀ ਹਿੱਸਿਆਂ ਤੱਕ ਸੀ, ਏਡਾ ਵੱਡਾ ਸੀ। ਉਹ ਰੋਮਨ ਸਾਮਰਾਜ ਕਿੱਥੇ ਚਲਾ ਗਿਆ? ਜਿਹੜਾ ਰੂਸ ਹੁੰਦਾ ਸੀ ਉਹ ਤਾਂ ਇੱਧਰ ਉਜ਼ਬੇਕਿਸਤਾਨ ਅਤੇ ਪਤਾ ਨਹੀਂ ਕਿੱਥੋਂ ਤੱਕ ਜਾਂਦਾ ਸੀ। ਕਿੰਨੇ ਮੁਲਕ ਉਹਨੂੰ ਛੱਡਣੇ ਪੈ ਗਏ ਔਰ ਉਹ ਛੱਡ ਕੇ ਅੱਜ ਕਿੱਥੇ ਰਹਿ ਗਿਆ? ਇਹ ਵੀ ਥੋੜ੍ਹਾ ਜਿਹਾ ਵਿਚਾਰ ਲੈਣਾ ਚਾਹੀਦਾ। ਇੱਕ ਇਤਿਹਾਸ ਦੇ ਵਿੱਚ ਆਟੋਮਨ ਅੰਪਾਇਰ ਆਉਂਦੀ ਹੈ, ਇਹ ਤੁਰਕੀਆ ਤੋਂ ਚੱਲੀ ਸੀ। ਇਸ ਆਟੋਮਨ ਸਾਮਰਾਜ ਜਿਹੜਾ ਸੀ, ਇਹਦੀਆਂ ਹੱਦਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ।
ਇਹ ਪਰਲੇ ਪਾਸੇ ਜਿਹੜੇ ਯੂਕਰੇਨ ਵਿੱਚ ਅੱਜ ਕੱਲ੍ਹ ਜੰਗ ਲੱਗੀ ਹੋਈ ਹੈ, ਉਸ ਯੂਕਰੇਨ ਦੇ ਰਾਈਟ ਬੈਂਕ ਉੱਤੇ ਵੀ ਹੁੰਦਾ ਸੀ, ਇਹ ਯੂਗੋਸਲਾਵੀਆ ਦੇ ਉੱਤੇ ਵੀ ਹੁੰਦਾ ਸੀ, ਇਹ ਬਲਗਾਰੀਆ, ਇਰਾਕ, ਮਿਸਰ, ਗਰੀਸ, ਜਿਹਨੂੰ ਯੂਨਾਨ ਵੀ ਕਹਿੰਦੇ ਸੀ, ਚੱਲਦਾ ਚੱਲਦਾ ਮਦੀਨੇ ਤੇ ਮੱਕੇ ਤੱਕ ਆਉਂਦਾ ਸੀ। ਤੇ ਜਦੋਂ ਇਹ ਸਿਮਟਣ ਲੱਗਾ, ਸਿਮਟਦਾ ਅੱਜ ਤੁਰਕੀ ਤੱਕ ਰਹਿ ਗਿਆ। ਇਹਦੇ ਵਿੱਚੋਂ 20 ਤੋਂ ਵੱਧ ਦੇਸ਼ ਨਿਕਲੇ ਆ। ਜਿਹੜੇ ਦੇਸ਼ ਨਿਕਲੇ ਉਹਨਾਂ ਦੀ ਲਿਸਟ ਪੜ੍ਹਾਂ ਤੇ ਬਹੁਤ ਲੰਮੀ ਆ। ਮੈਂ ਪੜ੍ਹੂੰਗਾ, ਉਹਨਾਂ ਚੋਂ ਹੋ ਸਕਦਾ ਕੁਝ ਦੇਸ਼ਾਂ ਦੇ ਨਾਂ ਹੀ ਮੈਨੂੰ ਨਾ ਲੈਣੇ ਆਉਣ। ਇਹੋ ਜਿਹੇ ਛੋਟੇ ਦੇਸ਼ ਵੀ ਉਹਦੇ ਵਿੱਚੋਂ ਨਿਕਲੇ ਆ। ਫਿਰ ਉਹ ਐਡਾ ਵੱਡਾ ਆਟੋਮਨ ਅੰਪਾਇਰ ਕਾਇਮ ਕਿਉਂ ਨਾ ਰਹਿ ਸਕਿਆ? ਅੰਗਰੇਜ਼ਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਡੁੱਬਦਾ ਹੁੰਦਾ। ਇਹ ਤਾਂ ਨਹੀਂ ਗੱਲ ਕਿ ਸੂਰਜ ਡੁੱਬਣੋਂ ਹਟ ਗਿਆ ਸੀ। ਅਸਲ ਗੱਲ ਇਹ ਸੀ ਕਿ ਉਹਨਾਂ ਦੇ ਰਾਜ ਵਿੱਚ ਜੇ ਇੱਕ ਪਾਸੇ ਸੂਰਜ ਡੁੱਬਦਾ ਸੀ ਤੇ ਉਹਦੇ ਤੋਂ ਪਹਿਲਾਂ ਦੂਸਰੇ ਪਾਸੇ ਚੜ੍ਹਿਆ ਹੁੰਦਾ ਸੀ। ਜੇ ਕੈਨੇਡਾ ਵਿੱਚ ਜਾ ਕੇ ਸੂਰਜ ਡੁੱਬਣ ਲੱਗਦਾ ਸੀ ਤੇ ਉਹਨੇ ਚਿਰ ਨੂੰ ਨਿਊਜ਼ੀਲੈਂਡ, ਆਸਟ੍ਰੇਲੀਆ ਤੁਰਦਿਆਂ ਆ ਭਾਰਤ ਤੱਕ ਚੜ੍ਹ ਚੁੱਕਾ ਹੁੰਦਾ ਸੀ। ਐਡਾ ਵੱਡਾ ਰਾਜ ਸੀ, ਐਡਾ ਵੱਡਾ ਸਾਮਰਾਜ ਸੀ। ਅੱਜ ਉਹ ਕਿੱਥੇ ਹੈ? ਉਹੋ ਹੀ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ, ਸਿਮਟਦਾ ਇੱਥੇ ਆ ਗਿਆ ਕਿ ਹੁਣ ਥੋੜ੍ਹੇ ਜਿਹੇ ਥਾਂ 'ਚ ਇੰਗਲੈਂਡ ਹੈ। ਉਹ ਇੰਗਲੈਂਡ ਸਿਰਫ ਇੰਗਲੈਂਡ ਹੈ, ਇੱਕ ਸਟੇਟ ਹੈ, ਆਪਣੇ ਆਪ ਨੂੰ ਉਹ ਦੇਸ਼ ਵੀ ਕਹੀ ਜਾਂਦੇ ਆ। ਉਹਦੇ ਨਾਲ ਦੂਸਰਾ ਸਕਾਟਲੈਂਡ ਅਤੇ ਤੀਸਰਾ ਵੇਲਜ਼ਮੈਂਡ ਅਤੇ ਫਿਰ ਉਹ ਬ੍ਰਿਟਨ ਬਣਦਾ। ਅਤੇ ਜੇ ਉਹਦੇ ਨਾਲ ਆਇਰਲੈਂਡ ਦਾ ਇੱਕ ਹਿੱਸਾ ਜੋੜ ਲਿਆ ਜਾਵੇ, ਕੁਛ ਟਾਪੂ ਜੋੜ ਲੈ ਲੈਣ, ਫਿਰ ਯੂਨਾਈਟਿਡ ਕਿੰਗਡਮ ਬਣਦਾ। ਪਰ ਇੱਕ ਵਕਤ ਹੁੰਦਾ ਸੀ ਜਦੋਂ ਕਿੰਗ ਜਾਰਜ 5 ਜਾਂ ਕੁਈਨ ਵਿਕਟੋਰੀਆ, ਉਹਨਾਂ ਦਾ ਨਾਂ ਜਦੋਂ ਲਿਖਦੇ ਸੀ ਤੇ ਲਿਖਦੇ ਹੁੰਦੇ ਸੀ ਕਿੰਗ ਜਾਰਜ 5 ਆਫ ਯੂਨਾਈਟਿਡ ਕਿੰਗਡਮ ਐਂਡ ਐਂਪਰਰ ਆਫ ਇੰਡੀਆ। ਭਾਰਤ ਦਾ ਸਮਰਾਟ ਉਹਨੂੰ ਕਿਹਾ ਜਾਂਦਾ ਸੀ ਤੇ ਉੱਥੋਂ ਦਾ ਰਾਜਾ ਕਿਹਾ ਜਾਂਦਾ ਸੀ। ਕੁਈਨ ਵਿਕਟੋਰੀਆ ਨੂੰ ਕੁਈਨ ਆਫ ਯੂਨਾਈਟਿਡ ਕਿੰਗਡਮ ਐਂਡ ਐਂਪਰੈਸ ਆਫ ਇੰਡੀਆ ਕਿਹਾ ਜਾਂਦਾ ਸੀ। ਉਹ ਉਸ ਵਕਤ ਜਿਹੜੀਆਂ ਸਥਿਤੀਆਂ ਸਨ, ਅੱਜ ਉਹ ਕਿੱਥੇ ਗਈਆਂ? ਹੁਣ ਉਹ ਕਿੱਥੋਂ ਤੱਕ ਸਿਮਟ ਕੇ ਰਹਿ ਗਿਆ? ਠੀਕ ਹੈ, ਕਾਮਨਵੈਲਥ ਨਾਲ ਜੁੜੇ ਬਹੁਤ ਸਾਰੇ ਦੇਸ਼ ਅੱਜ ਵੀ ਉਹਨਾਂ ਦੀ ਇੱਜ਼ਤ ਕਰਦੇ ਆ, ਉਹਨਾਂ ਨੂੰ ਮਾਣ ਸਤਿਕਾਰ ਦਿੰਦੇ ਆ। ਕਈ ਦੇਸ਼ ਤਾਂ ਅਜੇ ਵੀ ਉਹਨਾਂ ਨੂੰ ਆਪਣਾ ਕਿੰਗ ਤੇ ਕੁਈਨ ਮੰਨੀ ਫਿਰਦੇ ਨੇ, ਪਰ ਉਹ ਸਾਰਾ ਕੁਝ ਰਸਮੀ ਰਹਿ ਗਿਆ। ਉਦੋਂ ਵਾਲੀ ਗੱਲ ਤਾਂ ਹੁਣ ਨਹੀਂ ਰਹਿ ਗਈ ਕਿ ਸਾਰਾ ਕੁਝ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਦੇਸ਼ਾਂ ਵਿੱਚ ਚੱਲੇ। ਉਹ ਵੀ ਤਾਂ ਸਿਮਟ ਗਏ ਨੇ। ਹਾਲਾਤ ਬਹੁਤ ਕੁਝ ਬੰਦਿਆਂ ਨੂੰ ਸਿਖਾ ਦਿੰਦੇ ਆ, ਪਰ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਕਦੇ ਸਿੱਖਦੇ ਹੀ ਨਹੀਂ ਹੁੰਦੇ। ਇਹ ਭਾਰਤ ਦੇ ਵਿੱਚ ਵੀ ਕਿੰਨਾ ਕੁਛ ਹੁੰਦਾ ਰਿਹਾ। ਮਹਾਭਾਰਤ ਦੇ ਵਿੱਚ ਜਿੱਦਾਂ ਮਰਜ਼ੀ ਅਸੀਂ ਆਖੀਏ, ਅਸੂਲ ਦੀ ਲੜਾਈ ਸੀ, ਸੱਚ ਦੀ ਲੜਾਈ ਸੀ, ਜੋ ਮਰਜ਼ੀ ਕਹੀ ਜਾਈਏ, ਪਰ ਆਖਿਰਕਾਰ ਲੜਦੇ ਤੇ ਆਪੋ ਵਿੱਚ ਇੱਕ ਪਾਸੇ ਦੇ ਚਾਚੇ ਦੇ ਪੁੱਤ ਸਨ ਤੇ ਇੱਕ ਪਾਸੇ ਤਾਏ ਦੇ ਪੁੱਤ ਸਨ। ਓਪਰਾ ਤੇ ਕੋਈ ਹੈ ਨਹੀਂ ਸੀ। ਦੂਸਰੇ ਕਿਸੇ ਦੇਸ਼ ਨੇ ਤਾਂ ਹਮਲਾ ਨਹੀਂ ਸੀ ਕੀਤਾ। ਆਪਸ ਵਿੱਚ ਲੜਦੇ ਪਏ ਸਨ। ਕਾਹਦੇ ਤੋਂ? ਰਾਜ ਗੱਦੀਆਂ ਤੋਂ ਲੜਦੇ ਪਏ ਸਨ। ਉਹ ਜਿਹੜੀ ਰਾਜ ਗੱਦੀਆਂ ਦੀ ਲੜਾਈ ਸੀ, ਉਹਨੇ ਭਾਰਤ ਦਾ ਵੀ ਨੁਕਸਾਨ ਕੀਤਾ, ਭਾਰਤੀਆਂ ਦਾ ਵੀ। ਇਕੱਲੇ ਇਹ ਨਹੀਂ ਕਿ ਰਾਜੇ ਲੜਾਈ ਲੜਦੇ ਸਨ, ਉਹਨਾਂ ਦੀ ਉਸ ਲੜਾਈ 'ਚ ਬਹੁਤ ਸਾਰੇ ਆਮ ਲੋਕ ਮਾਰੇ ਜਾਂਦੇ ਸਨ, ਜਿਨ੍ਹਾਂ ਦਾ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਰਾਜ-ਕਾਜ ਕਿੱਦਾਂ ਦਾ ਚੱਲੇਗਾ। ਉਹ ਵਿਚਾਰੇ ਗਰੀਬ ਘਰਾਂ ਤੋਂ ਫੜ ਕੇ ਲਿਆ ਕੇ ਭਰਤੀ ਕਰਕੇ ਜੰਗ ਦੇ ਵਿੱਚ ਮਰਨ ਵਾਸਤੇ ਅੱਗੇ ਤੋਰ ਦਿੱਤੇ ਜਾਂਦੇ ਸੀ। ਸਾਹਮਣੇ ਵਾਲਿਆਂ ਨੂੰ ਵੀ ਪਤਾ ਹੁੰਦਾ ਸੀ ਕਿ ਮੇਰੇ ਵਾਂਗੂ ਫੜ ਕੇ ਲਿਆ ਕੇ ਲੜਨ ਲਾਇਆ ਗਿਆ, ਪਰ ਉੱਥੇ ਲੜਾਈ ਫਿਰ ਇਸ ਤਰ੍ਹਾਂ ਦੀ ਬਣ ਜਾਂਦੀ ਸੀ, ਜਾਂ ਮਾਰ ਦਿਓ ਜਾਂ ਮਰ ਜਾਓ। ਕੀ ਅਸੀਂ ਅੱਜ ਦੇ ਯੁੱਗ ਵਿੱਚ ਅਖੰਡ ਭਾਰਤ ਦਾ ਨਕਸ਼ਾ ਰੱਖ ਕੇ ਆਪਣੇ ਲੋਕਾਂ ਨੂੰ ਉਹ ਜਿਹਾ ਨਕਸ਼ਾ ਵਿਖਾ ਕੇ, ਉਹਦੇ ਨਕਸ਼ੇ ਦੇ ਸੁਪਨੇ ਵਿਖਾ ਕੇ ਇਹੋ ਜਿਹੀਆਂ ਗੱਲਾਂ ਵਾਸਤੇ ਤਿਆਰ ਕਰਨ ਦਾ ਕੰਮ ਕਰ ਸਕਦੇ ਹਾਂ? ਇਹ ਅੱਜ ਦੇ ਯੁੱਗ ਦਾ ਕੰਮ ਹੀ ਹੈ ਨਹੀਂ। ਸੋਚਣ ਵਾਲੀਆਂ ਗੱਲਾਂ ਇਹ ਨੇ ਕਿ ਬਹੁਤ ਕੁਝ ਦੁਨੀਆ ਦੇ ਉੱਤੇ ਬਦਲਦਾ ਰਿਹਾ। ਤੁਸੀਂ ਇਹ ਜਰਾ ਸੋਚ ਕੇ ਤਾਂ ਵੇਖੋ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਮਹਾਨ ਕਿੱਥੋਂ ਤੁਰਿਆ? ਤੁਰਦਾ ਭਾਰਤ ਤੱਕ ਆ ਗਿਆ ਸੀ। ਅੱਜ ਵੀ ਉਹਨੂੰ ਸਿਕੰਦਰ ਮਹਾਨ ਕਹੀ ਜਾਂਦੇ ਆ। ਮੈਂ ਜਦੋਂ ਉਹਦੇ ਨਾਂ ਨਾਲ ਮਹਾਨ ਲੱਗਾ ਸੁਣਦਾ ਤੇ ਮੈਨੂੰ ਹਾਸਾ ਵੀ ਆਉਂਦਾ ਤੇ ਇੱਕ ਗੱਲ ਵੀ ਯਾਦ ਆਉਂਦੀ ਹੈ। ਇੱਥੇ ਇੱਕ ਰਾਜ ਨਾਰਾਇਣ ਨਾਂ ਦਾ ਰਾਜਨੀਤਿਕ ਲੀਡਰ ਹੁੰਦਾ ਸੀ ਯੂਪੀ ਦਾ। ਉਹਨੇ ਇੰਦਰਾ ਗਾਂਧੀ ਨੂੰ ਹਰਾਇਆ ਸੀ ਚੋਣਾਂ 'ਚ। ਉਹ ਬਾਅਦ ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਮੰਤਰੀ ਬਣਿਆ ਸੀ। ਜਦੋਂ ਉਹ ਮੰਤਰੀ ਨਾ ਰਿਹਾ, ਉਹਦੇ ਉੱਤੇ ਇੱਕ ਕੇਸ ਬਣ ਗਿਆ, ਉਹਨੂੰ ਅਦਾਲਤ ਵਿੱਚ ਪੇਸ਼ ਹੋਣਾ ਪਿਆ ਤੇ ਉਦੋਂ ਤੱਕ ਰਾਜ ਫਿਰ ਇੰਦਰਾ ਗਾਂਧੀ ਦਾ ਆ ਗਿਆ ਸੀ। ਉਹਨੇ ਜਾ ਕੇ ਆਖਿਆ, ਜੱਜ ਸਾਹਿਬ ਮੈਨੂੰ ਤੁਹਾਡੇ ਤੋਂ ਇਨਸਾਫ ਦੀ ਆਸ ਕਿੱਦਾਂ ਹੋਊ? ਤੁਸੀਂ ਇੰਦਰਾ ਗਾਂਧੀ ਦੀ ਫੋਟੋ ਕਿਉਂ ਲਾਈ ਆ? ਉਹਨਾਂ ਆਖਿਆ, ਜੀ ਦੇਸ਼ ਦੀ ਮੁਖੀ ਆ ਤਾਂ ਲਾਈ ਆ।
राज नारायण कहता जी ये प्रधान मंत्री है, देश की मुखी ये बिल्कुल नहीं गी। देश का मुखी तो राष्ट्रपति हुंदा, ये प्रधान मंत्री है सिर्फ। तो जज साहब ने आख्या चलो प्रधान मंत्री मान लो, एक महान लीडर तो हैगी इस देश की, वो फोटो असी तां लाई आ क्योंकि साडे देश के लोगों की बड़ी महान लीडर है। तो राज नारायण हस के कहंदा इहदे बराबर तो मेरी फोटो भी ला दिओ, मैं भी बड़ा महान आ। वो जज कहंदे तू इहदा मुकाबला किद्दां कर लेंगा इंदिरा गांधी का? कहंदा मुकाबला मैं तुहाडी इस महान लीडर नूं पार्लीमेंट चोण विच 1977 च 55,000 वोटां दे फर्क नाल हराया होया, मेरे तो सिवाय इहनूं किसी ने हराया नहीं, दसो साडे दोवां चों महान कौन है? तो जज मूँह वेखदे रह गए सी। सिकंदर बहुत महान सी, बड़ा ज़्यादा ही महान सी। तुरदा आया अंबी राजे नूं भी रगड़ गया। उहदे तो बाद पोरस नाल लड़ाई लड़ी, पोरस लड़ नहीं सकिया, उहदे अगे खड़ नहीं सकिया, उहदे अगे अड़ नहीं सकिया, तो फिर समझौता हो गया। उस समझौते तो बाद कहंदे आ कि पोरस की फौज भी उहदे नाल ही लग गई। फिर वो सिकंदर तुरिया, जिहड़ा सिकंदर महान सी ते बहुत ही ज़्यादा महान सी। जदों तुरदा आया, उन्हें जदों रावी टप्पिया, अजे ब्यास तक नहीं सी पहुँचा, तो आ जंडियाले गुरु तो अगले पासे वैरोवाल का इलाका, इत्थों तक आउंदियां उन्हां लोकां ने घेर लिया जिहड़े लोकां दा कोई वड्डा लीडर कोई नहीं सी, उन्हां दे कोल कोई पोरस वर्गा राजा नहीं सी। लोग सिर्फ लोक बन के ही लड़े। उन्होंने वेख्या कि विदेशी एक आ गया हाकम, इनू असीं इत्थे नहीं टिकण देना। इन्ने हमले कीते। साडे प्रधानमंत्री नरेंद्र मोदी तो जाके बिहार के लोगों नूं कहंदे तुसीं बड़े बहादुर हो, तुसीं सिकंदर बादशाह नूं कुट के वापस मोड़ दिता सी। सच्ची गल इह आ कि जिहड़ा सिकंदर बादशाह सी वो तो इत्थों साडा ब्यास दरिया नहीं सी टप सकिया। पंजाबियां ने और माझे ते दुआबे दे पंजाबियां ने उन्होंने कुट के इत्थों वापस मुड़न वास्ते मजबूर कर दिता सी। राज नारायण कहंदा सी इंदिरा गांधी तुहाडी नूं एड्डी वड्डी महान लीडर नूं मैं हराया, मेरी फोटो भी ला दिओ। हुण जे उन्हां नूं कहना, किसी ने यह कहना कि सिकंदर बड़ा महान सी, ते फिर जिन्हां ने सिकंदर नूं कुट के पिछों मोड़ दिता, इन्ने राजिਆਂ नूं हराउंदा आया सी, इन्नी वड्डी उहदी बादशाही सी, ते इत्थों खाली हत्थ लोकां नूं विखाउंदा तुर गया सी, घर नहीं सी पहुँच सकिया। वो जिहड़ा सिकंदर सी उहनूं जिहड़े लोकां ने हराया वो लोग किते घट महान सी, उन्होंने वो भी तो मोड़ ही दिता सी। उहदे तो बाद कितना कुछ होया। इस करके बेहतर तरीका की है कि असी लोग ये समझिए कि इतिहास राजियां दा नहीं हुंदा, असी इतिहास अकबरां ते अशोक सम्राटां तक सीमित ना करिए। असी इतिहास इहदे तो अगे लैके जाइए, मनुखता दे इतिहास वाल चलीए। मनुखता दा इतिहास बहुत वड्डा है। ये मनुखता दा इतिहास उत्थों शुरू हुंदा जदों धरती ते सैलाब पैदा होई, सैलाब तो पानी पैदा होया, उस पानी तो अमीबा ते पैरामीशियम वर्गे छोटे छोटे जीव पैदा होए। उन्हां जीवां तो मच्छियां पैदा होईयां, मच्छियां तो कुछ मच्छियां जिहड़ियां बाहर पानी तो जा डिग्गियां, जिंदगी लई संघर्ष करदियां उन्हां नूं लत्तां उगीਆਂ ते हौली हौली उन्हां मच्छियां दे विचों डड्डू दी नस्ल निकली जिहड़ी पानी विच भी रह सकदी सी ते बाहर भी जा सकदी सी। डड्डू तो तुरदियां साइंसदान कहते हैं कि फिर हौली हौली बांदर तक गया, बांदर तो तरक्की करदा बंदा इत्थों तक पहुँचा। ये मनुखता का इतिहास है, इनू याद रखण दी लोड़ है। असी इनू याद रखण दे बजाय किहड़ियां गल्लां याद रखते हैं, वो गल्लां जिहड़ियां साडे वड्डे वडेरियां ने। साडे वड्डे वडेरियां च भारत दे वड्डे वडेरे भी सन। साडे वड्डे वडेरियां विच अफगानिस्तान दे, इंग्लैंड दे, रोम दे, ग्रीस दे, ये सारे दे सारे वड्डे वडेरे मनुखां दे वड्डे वडेरे सन। ये उस वक्त लड़ते रहे सन जदों लड़ाइयाँ होर तरह दीयां हुंदियां सन। उहदा बरछे, टकुए, किरपानां चलदियां सन, ढाल नाल रोकियां जा सकदियां सन, लड़िया ते भिड़िया जा सकदा सी, घोड़ियां ते चढ़ के जाया जा सकदा सी, रथ चल सकदे सन, हाथियां दी सवारी हो सकदी सी, ऊठ हो सकदे सन। अज वो सारा कुछ नहीं गा, उहदे बजाय होर कुछ है। अज लड़ाई टैंकां दी है, अज लड़ाई तोपां दी है, उहदे तो भी वध गए। लड़ाई जहाज़ां ते पहुँच गई है, जहाज़ां तो भी छड्ड दिओ। हुण अगली कोई जंग किसी थां ते होई ते ड्रोन वरते जाणगे। आ पिछे जे मास्को दे विच एक थां दे उत्ते एक हमला होया ते मास्को वाले कहंदे आ कि यूक्रेन ने ड्रोन नाल हमला कीता। एड्डी दूर तो यूक्रेन वालिਆਂ ने जाके मास्को च ड्रोन नाल हमला करता ते मास्को वालिਆਂ भी उधर कीते होणगे। ਅਸੀਂ रोज़ वेखते हैं पाकिस्तान वाले पासे तो ड्रोन आउंदे आ,
ਕੋਈ 2 किलोमीटर ਜਾਂਦਾ ਕਿ 5 किलोमीटर ਜਾਂਦਾ। मैं ਉਹਨਾਂ ਦੇ ਕਦੇ ਫਾਸਲੇ ਨਹੀਂ ਮੰਨੇ। मैं ਉਹਨਾਂ ਦੀਆਂ ਖਬਰਾਂ ਇਸ ਪੱਖ ਤੋਂ ਨਹੀਂ ਵੇਖਦਾ, ਪਰ मैं ਦੂਸਰੇ ਪੱਖ ਤੋਂ ਵੇਖਦਾ ਕਿ ਜਿਨ੍ਹਾਂ ਨੇ ਇਹੋ ਜਿਹੇ ਜਹਾਜ਼ ਬਣਾ ਲਏ ਆ, ਜਿਨ੍ਹਾਂ ਨੇ ਇਹੋ ਜਿਹੇ ਸੈਟੇਲਾਈਟ ਬਣਾ ਲਏ ਆ, ਉਪਗ੍ਰਹਿ ਬਣਾ ਲਏ ਆ ਕਿ ਇੱਥੇ ਬੈਠੇ ਕੰਟਰੋਲ ਕਰਦੇ ਆ, ਚੰਦਰਮਾ ਦੇ ਉੱਤੇ ਜਾ ਕੇ ਉਤਰਦਾ ਤੇ ਇਹਨਾਂ ਦੀਆਂ ਹਦਾਇਤਾਂ ਮੰਨ ਕੇ ਤੁਰਦਾ, ਉੱਥੋਂ ਮਿੱਟੀ ਚੁੱਕਦਾ, ਉਹਦੇ ਸੈਂਪਲ ਲੈਂਦਾ ਤੇ ਫਿਰ ਜਦੋਂ ਇਹ ਕਹਿਣ ਵਾਪਸ ਆ ਜਾ ਤੇ ਵਾਪਸ ਤੁਰ ਪੈਂਦਾ। ਉਹ ਮੰਗਲ ਤਾਰੇ ਦੇ ਘੇਰੇ ਘੇਰੇ ਚੱਕਰ ਲਾਉਂਦਾ, ਪਰ ਚੱਕਰ ਕਿੰਨੇ ਲਾਉਣੇ ਆ ਤੇ ਕਿੱਧਰ ਨੂੰ ਲਾਉਣੇ, ਇਹ ਡਾਇਰੈਕਸ਼ਨ ਥੱਲਿਓਂ ਤੈਅ ਕੀਤੀ ਜਾਂਦੀ ਹੈ ਧਰਤੀ ਤੋਂ। ਜਿਨ੍ਹਾਂ ਨੇ ਇੱਥੋਂ ਤੱਕ ਪ੍ਰਬੰਧ ਕਰ ਲਿਆ ਕਿ ਉਹ ਅਗਲੀ ਲੜਾਈ ਟੈਂਕਾਂ ਨਾਲ ਲੜਨਗੇ, ਕਿ ਉਹ ਅਗਲੀ ਲੜਾਈ ਜੀਪ ਤੇ ਲੱਗੀ ਤੋਪ ਨਾਲ ਲੜਨਗੇ, ਕਿ ਉਹ ਅਗਲੀ ਲੜਾਈ ਉਸ ਤਰ੍ਹਾਂ ਦੀ ਲੜਨਗੇ ਜਿੱਦਾਂ ਦੀ ਬਾਰਡਰ ਫਿਲਮ ਵਿੱਚ ਲੜੀ ਗਈ ਸੀ। ਇਹ ਭੁੱਲ ਜਾਣਾ ਚਾਹੀਦਾ। ਔਰ ਜਿਹੜੇ ਯੁੱਗ ਵਿੱਚ ਅਸੀਂ ਬੈਠੇ ਹਾਂ, ਇਸ ਯੁੱਗ ਦੇ ਵਿੱਚ ਇਹੋ ਜਿਹੀਆਂ ਪੁਰਾਣੀਆਂ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ ਕਿ ਫਲਾਣੇ ਵੇਲੇ ਅਖੰਡ ਭਾਰਤ ਸੀ। ਉਹ ਜਿਹੜਾ ਅਖੰਡ ਭਾਰਤ ਸੀ ਅਫਗਾਨਿਸਤਾਨ ਤੱਕ ਚਲਾ ਗਿਆ ਸੀ। ਜੇ ਉਹ ਅਖੰਡ ਭਾਰਤ ਸੀ ਤੇ ਫਿਰ ਖੰਡਿਤ ਕਿਉਂ ਹੋ ਗਿਆ? ਉਹਦੇ ਟੋਟੇ ਕਿਉਂ ਹੋ ਗਏ? ਉਹਦੇ ਸਾਰਾ ਕੁਝ ਉਹਦੇ ਹੱਥਾਂ ਸੀ, ਉਹ ਫਿਰ ਛੱਡ ਕਿਉਂ ਆਇਆ? ਜੇ ਅਸੀਂ ਇਹ ਸੁਪਨੇ ਲਵਾਂਗੇ ਕਿ ਅਖੰਡ ਭਾਰਤ ਅਫਗਾਨਿਸਤਾਨ ਤੱਕ ਸੀ ਤੇ ਫਿਰ ਸਾਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਜੇ ਅਸੀਂ ਅਫਗਾਨਿਸਤਾਨ ਤੱਕ ਗਏ ਸਾਂ ਤੇ ਸਾਡੇ ਤੋਂ ਬਾਅਦ ਕੋਈ ਹੋਰ ਵੀ ਜੰਮਿਆ ਸੀ ਜਿਹਨੇ ਅਫਗਾਨਿਸਤਾਨ ਤੋਂ ਕੁੱਟ ਕੇ ਕੱਢਿਆ ਤੇ ਤੁਰਦਾ ਆ ਕੇ ਫਿਰ ਇੱਥੇ ਦਿੱਲੀ ਦੇ ਉੱਤੇ ਕਾਬਜ ਹੋ ਕੇ ਬਹਿ ਗਿਆ ਸੀ। ਫਿਰ ਅਸੀਂ ਇਹ ਵੀ ਗੱਲਾਂ ਸੋਚਾਂਗੇ ਕਿ ਦੂਸਰਿਆਂ ਨੇ ਕੁਛ ਨਹੀਂ ਗੱਲ ਇਹੋ ਜਿਹਾ ਕੋਈ ਪ੍ਰਬੰਧ ਕੀਤਾ ਹੋਇਆ ਕਿ ਸਾਰੀ ਅਕਲ ਤੇ ਸਾਰੀ ਮੁਹਾਰਤ ਸਾਡੇ ਕੋਲ ਆ ਗਈ ਹੈ। ਇਹ ਕੋਈ ਤਰੀਕਾ ਨਹੀਂ। ਅੱਜ ਕੱਲ੍ਹ ਇੱਕ ਗੱਲ ਬੜੀ ਚਰਚਾ 'ਚ ਆਉਂਦੀ ਹੈ, ਉਹ ਕਹਿੰਦੇ ਉਹ ਬੰਦਾ ਬਹੁਤ ਦੁਖੀ ਹੈ ਜਿਹਦਾ ਗੁਆਂਢੀ ਸੁਖੀ ਹੈ। ਪਰ ਜਿਹਦਾ ਗੁਆਂਢੀ ਦੁਖੀ ਹੈ ਉਹ ਜ਼ਰੂਰੀ ਨਹੀਂ ਕਿ ਸੁਖੀ ਹੋਵੇ, ਕਿਉਂਕਿ ਤੁਸੀਂ ਗੁਆਂਢੀ ਨੂੰ ਸੁਖੀ ਵੇਖ ਕੇ ਤਾਂ ਦੁਖੀ ਹੋ ਸਕਦੇ ਆ, ਪਰ ਜੇ ਗੁਆਂਢੀ ਦੁਖੀ ਹੈ ਤੇ ਫਿਰ ਤੁਸੀਂ ਇਹ ਮਤ ਸਮਝੋ ਕਿ ਤੁਸੀਂ ਸੁਖੀ ਹੋਵੋਗੇ। ਉਹ ਆਉਂਦਿਆਂ ਜਾਂਦਿਆਂ ਤੁਹਾਡੇ ਘਰ ਵੱਲ ਥੁੱਕੇਗਾ, ਉਹ ਤੁਹਾਡੇ ਦਰਵਾਜ਼ੇ ਦੇ ਉੱਤੇ ਕੋਈ ਇੱਟ ਵੱਟਾ ਚਲਾਵੇਗਾ, ਤੁਹਾਡੇ ਨਾਲ ਕੋਈ ਨਾ ਕੋਈ ਪੁੱਠਾ ਸਿੱਧਾ ਪੇਚਾ ਪਾਵੇਗਾ। ਤੁਹਾਡੇ ਘਰ ਵਿੱਚ ਬੱਚੇ ਦਾ ਬਰਥਡੇ ਆ, ਕੁੜੀ ਨੂੰ ਵੇਖਣ ਵਾਲੇ ਆਏ ਨੇ ਤੇ ਉਹ ਆਪਣੇ ਘਰ ਦੇ ਵਿੱਚ ਮੀਆਂ ਬੀਵੀ ਬਹਾਨੇ ਦੀ ਲੜਾਈ ਪਾ ਕੇ ਗੰਦ ਬਕਣਾ ਸ਼ੁਰੂ ਕਰ ਦੇਣਗੇ। ਇਹੋ ਜਿਹੀ ਛਿੰਝ ਪਾਉਣਗੇ ਕਿ ਉਹ ਜਿਹੜੇ ਵੇਖਣ ਵਾਲੇ ਆਏ ਆ ਉਹ ਕਹਿਣਗੇ ਇੱਥੋਂ ਦਾ ਰਿਸ਼ਤਾ ਨਹੀਂ ਲੈਣਾ, ਇਹਨਾਂ ਦੇ ਗਾਂਢ ਦੇ ਵਿੱਚ ਤਾਂ ਆਪ ਪਿੱਟ ਸਿਆਪਾ ਪਿਆ ਰਹਿੰਦਾ। ਫਿਰ ਤੁਸੀਂ ਕਿੰਨੇ ਕੁ ਸੁਖੀ ਹੋ ਜਾਓਗੇ? ਇਹੋ ਜਿਹੀਆਂ ਗੱਲਾਂ ਜਿਹੜੀਆਂ ਪੁਰਾਣੀਆਂ ਨੇ ਉਹਨਾਂ ਧਾਰਨਾਵਾਂ ਨੂੰ ਛੱਡ ਦੇਣਾ ਚਾਹੀਦਾ। ਮੈਂ ਇੱਕ ਮਿੱਤਰ ਦੇ ਘਰ ਗਿਆ ਸਾਂ, ਉਹਦੇ ਘਰ ਇੱਕ ਬਲੈਕ ਐਂਡ ਵਾਈਟ ਫੋਟੋ ਲੱਗੀ। ਉਸ ਫੋਟੋ ਦੇ ਵਿੱਚ ਇੱਕ ਸਰਦਾਰ ਜੀ ਖੜੇ ਸਨ ਜਿਨ੍ਹਾਂ ਦੀ ਛਾਤੀ ਦੇ ਉੱਤੇ ਵੀ ਤਮਗੇ ਲੱਗੇ ਸਨ, ਮੋਢਿਆਂ ਦੇ ਉੱਤੇ ਵੀ ਕਾਫੀ ਸਾਰੇ ਤਾਰੇ ਸਨ, ਪਤਾ ਨਹੀਂ ਕਿਸ ਤਰ੍ਹਾਂ ਦੇ ਸਨ, ਹੁਣ ਵਰਗੇ ਨਹੀਂ ਸਨ। ਮੈਂ ਪੁੱਛਿਆ ਕੌਣ ਹੈ? ਉਹਨਾਂ ਕਿਹਾ ਜੀ ਸਾਡੇ ਦਾਦਾ ਜੀ ਅੰਗਰੇਜ਼ਾਂ ਦੀ ਫੌਜ ਵਿੱਚ ਹੁੰਦੇ ਸਨ, ਇਹ ਉੱਥੇ ਪਹਿਲਾਂ ਪਤਾ ਨਹੀਂ ਕਿਹੜੇ ਮੁਲਕ 'ਚ ਲੜੇ, ਫਿਰ ਫਲਾਣੇ ਮੁਲਕ 'ਚ ਲੜੇ, ਫਿਰ ਫਲਾਣੇ ਮੁਲਕ 'ਚ ਲੜੇ, ਫਿਰ ਫਲਾਣੇ ਮੁਲਕ 'ਚ ਲੜੇ, ਇਹਨਾਂ ਨੂੰ ਇੰਨੇ ਮੈਡਲ ਮਿਲੇ। ਮੈਂ ਕਿਹਾ ਦਾਦਾ ਜੀ ਨੂੰ ਮਿਲੇ ਸੀ, ਤੁਹਾਡੇ ਪਿਤਾ ਜੀ ਨੂੰ ਕਿੰਨੇ ਮਿਲੇ ਸੀ? ਉਹਨੂੰ ਚੁੱਪ ਕਰ ਗਏ। ਮੈਂ ਕਿਹਾ ਤੁਹਾਨੂੰ ਕਿੰਨੇ ਮਿਲੇ? ਤੁਹਾਡੇ 'ਚੋਂ ਕੋਈ ਕਰਨਲ ਜਨਰਲ ਹੈਗਾ? ਕਹਿੰਦੇ ਨਹੀਂ। ਮੈਂ ਕਿਹਾ ਫਿਰ? ਕਹਿੰਦੇ ਸਾਡੇ ਦਾਦਾ ਜੀ ਤੋਂ ਬਾਅਦ ਸਾਡੇ ਪਿਤਾ ਜੀ ਨੇ ਕਹਿ ਦਿੱਤਾ ਸੀ ਲੜਾਈਆਂ 'ਚ ਕੋਈ ਪਤਾ ਨਹੀਂ ਹੁੰਦਾ ਕਿੱਥੇ ਜਾ ਕੇ ਜਾਨ ਨਿਕਲ ਜਾਣੀ ਆ, ਇਹਨਾਂ ਸਿਆਪਿਆਂ 'ਚ ਨਹੀਂ ਪੈਣਾ ਚਾਹੀਦਾ, ਉਹ ਫੌਜ ਵਿੱਚ ਹੀ ਭਰਤੀ ਨਹੀਂ ਸੀ ਹੋਏ। ਮੈਂ ਕਿਹਾ ਸ਼ਾਬਾਸ਼, ਪਰ ਇਹਦੇ ਬਾਵਜੂਦ ਦਾਦੇ ਦੀ ਫੋਟੋ ਲਾ ਕੇ ਆਉਂਦੇ ਜਾਂਦੇ ਨੂੰ ਵਿਖਾਉਂਦੇ ਰਿਹਾ ਕਰੋ। ਇਹ ਤੁਹਾਡੇ ਲਈ ਮਾਣ ਦੀ ਗੱਲ ਹੈ, ਜ਼ਰੂਰ ਮਾਣ ਦੀ ਗੱਲ ਹੋਵੇਗੀ, ਪਰ ਜੇ ਤੁਹਾਨੂੰ ਕੋਈ ਇਹ ਪੁੱਛੇ ਵੀ ਤੁਹਾਡਾ ਦਾਦਾ ਆਪਣੇ ਦੇਸ਼ ਲਈ ਤਾਂ ਲੜਿਆ ਨਹੀਂ ਸੀ, ਆਪਣੇ ਦੇਸ਼ ਵਾਸਤੇ ਤਾਂ ਉਹਨੇ ਕੁਛ ਨਹੀਂ ਕੀਤਾ, ਉਹ ਤਾਂ ਜਿਹੜੀ ਵਿਦੇਸ਼ੀ ਤਾਕਤ ਸੀ, ਜਿਹੜੇ ਬਾਕੀਆਂ ਵਾਸਤੇ ਯੂਨਾਈਟਿਡ ਕਿੰਗਡਮ ਸੀ, ਪਰ ਭਾਰਤ ਨੂੰ ਆਪਣੇ ਅੰਪਾਇਰ ਮੰਨਦੇ ਸੀ, ਭਾਰਤ ਨੂੰ ਆਪਣੇ ਸਾਮਰਾਜ ਦਾ ਇੱਕ ਗੁਲਾਮ ਦੇਸ਼ ਮੰਨਦੇ ਸੀ, ਤੁਸੀਂ ਉਹਦੇ ਵਾਸਤੇ ਜਾ ਕੇ ਲੜੇ ਸੀ। ਫਿਰ ਮੈਂ ਕਿਹਾ ਤੁਸੀਂ ਕੀ ਜਵਾਬ ਦਿਓਗੇ? ਇਹਦਾ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਕਿਹਾ ਕੋਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਪਰਿਵਾਰ ਵਿੱਚ ਮਾਣ ਨਾਲ ਕਹਿ ਸਕਦੇ ਆ, ਤੇ ਮਾਣ ਨਾਲ ਤਾਂ ਕਹਿ ਸਕਦੇ ਸੀ ਜੇ ਉਹਦੀ ਵਿਰਾਸਤ ਨੂੰ ਵਧਾ ਕੇ ਅੱਜ ਤੁਹਾਡੇ ਵਿੱਚੋਂ ਵੀ ਕੋਈ ਕਰਨਲ ਬਣਿਆ ਹੁੰਦਾ, ਮੇਜਰ ਬਣਿਆ ਹੁੰਦਾ, ਤੁਸੀਂ ਜਰਨੈਲ ਤੱਕ ਨਾ ਵੀ ਜਾਂਦੇ, ਤੁਸੀਂ ਕੋਈ ਰਵਾਇਤ ਕਾਇਮ ਰੱਖੀ ਹੁੰਦੀ ਜੀ ਸਾਡੀ ਪੀੜ੍ਹੀ ਪੀੜ੍ਹੀ ਦੀ ਰਵਾਇਤ ਆ, ਉਹ ਤਾਂ ਤੁਸੀਂ ਰੱਖੀ ਕੋਈ ਨਹੀਂ। ਤੇ ਇੱਕ ਉਰਦੂ ਦਾ ਮੁਹਾਵਰਾ ਪਿਦਰਮ ਸੁਲਤਾਨ ਬੂਦ, ਵੀ ਆਪਾਂ ਤੇ ਕੁਛ ਨਹੀਂ, ਵੱਡੇ ਵਡੇਰੇ ਸੁਲਤਾਨ ਹੁੰਦੇ ਸਨ, ਇਹ 'ਚੋਂ ਤੁਸੀਂ ਕੀ ਲਓਗੇ? ਜਿਹੜੇ ਲੋਕ ਅੱਜ ਅਖੰਡ ਭਾਰਤ ਦਾ ਨਕਸ਼ਾ ਪ੍ਰਚਾਰਦੇ ਆ, ਉਹਨਾਂ ਨੂੰ ਮੈਂ ਪਹਿਲਾਂ ਜਿੱਦਾਂ ਦੱਸਿਆ ਕਿ ਅਫਗਾਨਿਸਤਾਨ ਦੀਆਂ ਗੱਲਾਂ ਕਰਦੇ ਹੋ, ਉੱਥੋਂ ਫਿਰ ਅਗਲੇ ਵੀ ਉੱਠ ਪਏ ਸੀ ਜਿਹੜੇ ਅਫਗਾਨਿਸਤਾਨ ਤੋਂ ਕੁੱਟਦੇ ਦਿੱਲੀ ਤੱਕ ਆ ਪਹੁੰਚੇ ਸੀ। ਉਹਨਾਂ ਨੂੰ ਛੱਡ ਦਿਓ, ਹੁਣ ਤਾਂ ਨਿੱਕੇ ਨਿੱਕੇ ਦੇਸ਼ ਵੀ ਵੰਗਾਰਦੇ ਆ। ਜਿਸ ਦਿਨ ਅਖੰਡ ਭਾਰਤ ਦਾ ਨਕਸ਼ਾ ਪ੍ਰਚਾਰਿਆ ਗਿਆ, ਉਹਦੇ ਤੋਂ ਅਗਲੇ ਦਿਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਸ਼ਹਿਰ ਦੇ ਮੇਅਰ ਨੇ ਆਪਣੇ ਕਮਰੇ ਦੇ ਵਿੱਚ, ਸਰਕਾਰੀ ਦਫ਼ਤਰ ਦੇ ਵਿੱਚ ਇੱਕ ਗ੍ਰੇਟਰ ਨੇਪਾਲ ਦਾ ਨਕਸ਼ਾ ਲਾ ਦਿੱਤਾ
ਅੱਧਾ ਭਾਰਤ ਉਹਦੇ ਵਿੱਚ ਛਾਪਿਆ ਪਿਆ। ਉਹ ਕਹਿੰਦਾ ਭਾਰਤ ਦੇ ਉੱਤੇ ਫਿਰ ਸਾਡਾ ਵੀ ਰਾਜ ਹੁੰਦਾ ਸੀ। ਜੇ ਤੁਸੀਂ ਨੇਪਾਲ ਦੇ ਉੱਤੇ ਕਹਿੰਦੇ ਸਾਡਾ ਹੁੰਦਾ ਸੀ ਤੇ ਸਾਡਾ ਵੀ ਕਿਸੇ ਵਕਤ ਭਾਰਤ ਦੇ ਹੁੰਦਾ ਸੀ, ਫਿਰ ਤੁਸੀਂ ਕੀ ਕਰੋਗੇ? ਮੈਂ ਇਹ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਅਲਾਮਾ ਇਕਬਾਲ ਨੇ ਆਖੀ ਸੀ, ਯਨਾਨੋ ਮਿਸਰ ਰੋਮਾ सब मिट गए जहाँ से अब तक मगर है बाकी नामो निशां हमारा कुछ बात है कि हस्ती मिटती नहीं हमारी सदियों रहा है दुश्मन दौरे जमा हमारा। इन्ने दुश्मनियाँ इन्नियां दुश्वारियां दे बावजूद हिंदुस्तान चलदा चलदा इत्थों तक आ गया। जिहड़े पुराने सन वो कहिंदे सन, हम लाए हैं तूफान से किश्ती निकाल के इस देश को रखना मेरे बच्चों संभाल के। वो पता नहीं लिखिया किने ते किहदे नां ते प्रचारिया गया। मैं उहदी चर्चा 'ਚ नहीं जाना चाहता। बहुत सारिया गल्लां इहो जिहियां ਜਿਹੜੀਆਂ ਲਿਖੀਆਂ ਕਿਸੇ ਨੇ ਤੇ ਨਾਂ ਨਾਲ ਕਿਸੇ ਹੋਰ ਦੇ ਨਾਲ ਜੁੜ ਜਾਂਦੀਆਂ ਰਹੀਆਂ, ਉਹਨਾਂ ਸਾਰਿਆਂ ਨੂੰ ਛੱਡ ਦਿਓ। ਉਹਦੀ ਥਾਂ ਦੇ ਉੱਤੇ ਇਸ ਵੇਲੇ ਇਹੀ ਗੱਲ ਯਾਦ ਰੱਖਣ ਵਾਲੀ ਹੈ। ਇਕਬਾਲ ਨੇ ਕਿਹਾ ਸੀ, ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਸਾਡੀ ਮੁਸ਼ਕਲ ਇਹ ਹੈ ਕਿ ਅਸੀਂ ਹਰ ਗੱਲ ਦੇ ਉੱਤੇ ਮਜ਼ਹਬ ਦੇ ਨਾਂ ਦੇ ਉੱਤੇ ਵੀ ਲੜਦੇ ਹਾਂ, ਜਾਤ ਪਾਤ ਦੇ ਨਾਂ ਦੇ ਉੱਤੇ ਵੀ ਲੜਦੇ ਹਾਂ, ਨਸਲ ਦੇ ਨਾਂ ਦੇ ਉੱਤੇ ਵੀ ਲੜਦੇ ਹਾਂ, ਰੰਗ ਭੇਦ ਦੇ ਨਾਂ 'ਤੇ ਵੀ ਲੜਦੇ ਹਾਂ। ਹਾਲਤ ਤਾਂ ਸਾਡੀ ਇਹੋ ਜਿਹੀ ਹੈ ਕਿ ਜੇ ਇੱਕੋ ਜਾਤ ਵਿੱਚ ਹੋਈਏ, ਇੱਕੋ ਧਰਮ ਵਿੱਚ ਹੋਈਏ, ਤੇ ਉਹਦੇ ਵਿੱਚ ਵੀ ਅਗਲੇ ਪਾਸਿਓਂ ਗੋਤਾਂ ਦੇ ਸਵਾਲ 'ਤੇ ਕਿ ਫਲਾਣੀ ਗੋਤਰ ਉੱਚੀ ਆ ਫਲਾਣੀ ਗੋਤਰ ਨੀਵੀਂ ਆ, ਤਾਂ ਵੀ ਲੜਦੇ ਹਾਂ। ਇੱਥੋਂ ਤੱਕ ਕਿ ਅਸੀਂ ਇਲਾਕਿਆਂ ਦੇ ਨਾਂ 'ਤੇ ਲੜਦੇ ਹਾਂ। ਉਹ ਮਹਾਰਾਸ਼ਟਰ ਦੀ ਲੜਾਈ ਗੁਜਰਾਤ ਨਾਲ ਵੀ ਹੈ, ਕਰਨਾਟਕਾ ਨਾਲ ਵੀ ਹੈ, ਤੇ ਕਰਨਾਟਕਾ ਤੇ ਗੁਜਰਾਤ ਦੀ ਹੈ। ਉਹ ਕਹਿੰਦੇ ਸਾਡੇ ਇੰਨੇ ਪਿੰਡ ਇਹਨਾਂ ਦੱਬ ਲਏ, ਇੰਨੇ ਸ਼ਹਿਰ ਇਹਨਾਂ ਦੱਬ ਲਏ, ਉਹ ਕਹਿੰਦੇ ਸਾਡੇ 300 ਇਹਨਾਂ ਦੱਬ ਲਏ। ਸਾਡੀ ਲੜਾਈ ਉੱਥੇ ਵੀ ਆ। ਅਸੀਂ ਇੰਨੀਆਂ ਲੜਾਈਆਂ ਆਪਸ ਵਿੱਚ ਪਾਈਆਂ ਹੋਈਆਂ ਨੇ। ਸਾਡੇ ਦੇਸ਼ ਦੇ ਆਪਣੇ ਅੰਦਰ ਹੀ ਇੰਨੀਆਂ ਸਾਰੀਆਂ ਕਿਲ੍ਹੇਬੰਦੀਆਂ। ਜੇ ਅਸੀਂ ਭਾਰਤ ਨੂੰ ਅੱਗੇ ਵਧਾਉਣਾ, ਜੇ ਭਾਰਤ ਦੀ ਹੋਣ ਵਾਲੀ ਸਰਕਾਰ ਹੋਵੇ, ਜੇ ਭਾਰਤ ਦੀ ਹੋਣ ਵਾਲੀ ਆਪੋਜੀਸ਼ਨ ਹੋ ਸਕਦਾ ਕੱਲ੍ਹ ਨੂੰ ਕਿਸੇ ਵਕਤ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਜਿਹਨਾਂ ਦੀ ਸਰਕਾਰ ਬਣ ਜਾਵੇ। ਜੇ ਦੇਸ਼ ਨੂੰ ਅੱਗੇ ਵਧਾਉਣਾ, ਆ ਵੱਡੇ ਸੁਪਨੇ ਲੈਣੇ, ਅਖੰਡ ਭਾਰਤ ਦੀਆਂ ਗੱਲਾਂ ਕਰਨੀਆਂ ਛੱਡ ਕੇ ਸਮੁੱਚੇ ਮੁਲਕ ਨੂੰ ਜਾਤ-ਪਾਤ ਦੇ ਭੇਦਾਂ ਤੋਂ, ਰੰਗ ਵਰਨ ਦੇ ਭੇਦਾਂ ਤੋਂ, ਇਲਾਕਾਵਾਦ ਤੋਂ ਸਾਰੇ ਤੋਂ ਉੱਪਰ ਉੱਠ ਕੇ ਆਪਸ ਵਿੱਚ ਸਹਿਮਤੀ ਨਾਲ ਕੜੰਗੜੀਆਂ ਪਾ ਕੇ ਤੁਰਨਾ ਪਵੇਗਾ। ਬਾਬੇ ਕਹਿੰਦੇ ਹੁੰਦੇ ਸਨ, ਵੱਡੀਆਂ ਵੱਡੀਆਂ ਹਨੇਰੀਆਂ ਆਉਣ ਤੇ ਵੱਡੇ ਵੱਡੇ ਰੁੱਖ ਪੁੱਟੇ ਜਾਂਦੇ ਆ, 2-2 ਸਾਲ ਪੁਰਾਣੇ ਬੋਹੜ ਪੁੱਟੇ ਜਾਂਦੇ ਆ, ਪਰ ਜਿਹੜੀ ਰੁੱਖਾਂ ਦੀ ਝਿੜੀ ਇੱਕ ਦੂਸਰੇ ਵਿੱਚ ਫਸੀ ਹੋਵੇ ਉਹ ਕਦੇ ਨਹੀਂ ਪੁੱਟੀ ਜਾਂਦੀ। ਜਿਹੜੇ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਲੋਕ ਕੜੰਗੜੀਆਂ ਪਾ ਕੇ ਇੱਕ ਦੂਸਰੇ ਨਾਲ ਜੁੜੇ ਹੋਣ, ਉਹ ਸਿਕੰਦਰ ਮਹਾਨ ਵਰਗੇ ਨੂੰ ਵੀ ਇੱਥੋਂ ਕੁੱਟ ਕੇ ਵਾਪਸ ਭੇਜ ਸਕਦੇ ਆ, ਆਪਣਾ ਦੇਸ਼ ਬਚਾ ਸਕਦੇ ਆ। ਤੇ ਜਿਹੜੇ ਸਿਰਫ ਇੱਕ ਸਮਰਾਟ ਦੇ ਨਾਂ 'ਤੇ ਕਹਿਣ ਅਸੀਂ ਅਫਗਾਨਿਸਤਾਨ ਤੱਕ ਚਲੇ ਗਏ ਹਾਂ, ਉਹ ਕਿਸੇ ਸਿਰੇ ਨਹੀਂ ਲਾਉਂਦੇ ਹੁੰਦੇ। ਆਪਾਂ ਦੇਸ਼ ਦੀ ਸੁੱਖ ਮੰਗਣੀ ਆ। ਦੇਸ਼ ਸਿਰਫ ਲਕੀਰਾਂ ਮੋੜ ਨਾਲ ਨਹੀਂ ਬਣਦੇ, ਦੇਸ਼ ਲੋਕਾਂ ਨਾਲ ਬਣਦੇ ਆ। ਜੇ ਲੋਕਾਂ ਦੀ ਸੁੱਖ ਮੰਗਣੀ ਆ ਤਾਂ ਉਹਦੇ ਵਾਸਤੇ ਇੱਕੋ ਤਰੀਕਾ, ਮਜ਼ਹਬ ਨੇ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਹੋ ਸਕਦਾ ਮੈਂ ਕੁਝ ਕੌੜੀਆਂ ਫਿੱਕੀਆਂ ਗੱਲਾਂ ਵੀ ਕਹਿ ਗਿਆ ਹਾਂ, ਪਰ ਇਹ ਕਹਿਣੀਆਂ ਜ਼ਰੂਰੀ ਸੀ ਕਿਉਂਕਿ ਥੱਲੇ ਇੱਕ ਲਹਿਰ ਚੱਲਦੀ ਪਈ ਆ, ਇੱਕ ਪ੍ਰਚਾਰ ਚੱਲਦਾ ਪਿਆ ਕਿ ਇਸ ਦੇਸ਼ ਦੇ ਕਦੇ ਸਾਡੇ ਵੱਡੇ ਵਡੇਰਿਆਂ ਨੇ ਇੰਨਾ ਰਾਜ ਕੀਤਾ ਸੀ। ਇੱਕ ਸੁਪਨਾ ਤਾਂ ਰੱਖਣਾ ਚਾਹੀਦਾ, ਕੀ ਪਤਾ ਕਦੇ ਕੱਲ੍ਹ ਨੂੰ ਨਿਕਲਾਵੇ। ਇਸ ਕਰਕੇ ਏਡੇ ਵੱਡੇ ਸੁਪਨੇ ਨਹੀਂ ਲੈਣੇ ਚਾਹੀਦੇ। ਇੱਕ ਬੰਦਾ ਸੜਕ 'ਤੇ ਤੁਰਿਆ ਜਾਂਦਾ, ਉੱਪਰ ਨੂੰ ਝਾਕੀ ਜਾਂਦਾ ਸੀ, ਡਰਾਈਵਰ ਨੇ ਹਾਰਨ ਮਾਰ ਕੇ ਆਖਿਆ ਸੀ, ਉਹ ਥੱਲੇ ਝਾਕ, ਆਪਣੇ ਪੈਰਾਂ ਵੱਲ ਜਿੱਥੇ ਤੁਰਿਆ ਜਾਂਦਾ, ਬਹੁਤਾ ਉੱਪਰ ਵੱਲ ਝਾਕਦਾ ਕਿਤੇ ਉੱਪਰ ਹੀ ਨਾ ਚੜ੍ਹ ਜਾਂਦਾ ਹੋਵੇ। ਮੈਂ ਆਖੂੰਗਾ ਆਓ ਅਸੀਂ ਰਲ ਕੇ ਉਸ ਦੇਸ਼ ਦੀ ਸੁੱਖ ਮੰਗੀਏ ਜਿਹੜੇ ਦੇਸ਼ ਦੀ ਮਿੱਟੀ 'ਚ ਪਲੇ ਆ, ਪਰ ਉਹਦੀ ਸੁੱਖ ਮੰਗਣ ਦਾ ਇੱਕੋ ਹੀ ਤਰੀਕਾ ਕਿ ਅਸੀਂ ਆਂਢ ਗੁਆਂਢ ਦੀ ਸੁੱਖ ਮੰਗੀਏ। ਬਾਬੇ ਕਹਿੰਦੇ ਹੁੰਦੇ ਸੀ, ਨਗਰ ਸੁੱਖ ਖੇੜੇ ਸੁੱਖ ਤੇ ਵਿਹੜੇ ਸੁੱਖ। ਜੇ ਤੁਸੀਂ ਪਿੰਡ ਦੀ ਸੁੱਖ ਮੰਗੋ ਸੰਸਾਰ ਦੀ ਹੁੰਦੀ ਆ, ਸੰਸਾਰ ਦੀ ਮੰਗੋ ਤੁਹਾਡੇ ਪਰਿਵਾਰ ਦੀ ਹੁੰਦੀ ਆ। ਇੰਨੀਆਂ ਕੁ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ TV ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ।